हेलो नर्सिंग ऑफिसर्स, वेलकम बैक टू माई चैनल पंजाब नर्सिंग ऑफिसर्स। तो जो अज ਦੀ ਵੀਡੀਓ ਹੈ ਇਸ ਦੇ MCQs ਤੁਸੀਂ ਬਹੁਤ ਧਿਆਨ ਨਾਲ ਸੁਣਨੇ ਨੇ ਕਿਉਂਕਿ ਇਹ ਬਹੁਤ ਇੰਪੋਰਟੈਂਟ MCQs ਨੇ ਤੇ ਡੈਫੀਨੇਟਲੀ ਤੁਸੀਂ ਪੇਪਰ ਵਿੱਚ 2 to 3 MCQs ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਚੱਲਦੇ ਆਪਾਂ ਫਰਸਟ ਕੁਐਸਚਨ ਦੇ ਨਾਲ। ਦ ਕਨਸਟੈਂਟ ਪ੍ਰੈਜ਼ੈਂਸ ਆਫ ਅ ਡਿਜ਼ੀਜ਼ ਔਰ ਅ ਇਨਫੈਕਸ਼ਨ ਵਿਦਿਨ ਅ ਗਿਵਨ ਜੀਓਗ੍ਰਾਫਿਕਲ ਏਰੀਆ ਇਜ਼ ਕਾਲਡ ਆਪਸ਼ਨ A ਸਪੋਰੈਡਿਕ, ਆਪਸ਼ਨ B ਐਪੀਡੈਮਿਕ, ਆਪਸ਼ਨ C ਐਂਡੇਮਿਕ, ਆਪਸ਼ਨ D ਪੈਂਡੇਮਿਕ। ਸੋ ਆਪਾਂ ਆਨਸਰ ਵੱਲ ਜਾਣ ਤੋਂ ਪਹਿਲਾਂ ਆਪਾਂ ਇਹਨਾਂ ਸਾਰੀ ਟਰਮਸ ਬਾਰੇ ਜਾਣ ਲੈਂਦੇ ਆ ਕਿਉਂਕਿ ਇਹ ਬਹੁਤ ਇੰਪੋਰਟੈਂਟ ਟਰਮਸ ਨੇ ਤੇ ਇਹਨਾਂ ਵਿੱਚੋਂ ਕੋਈ ਵੀ ਟਰਮ ਤੁਹਾਨੂੰ ਐਗਜ਼ਾਮ ਵਿੱਚ ਪੁੱਛੀ ਜਾ ਸਕਦੀ ਹੈ। ਸੋ ਜਿਹੜੀ ਫਰਸਟ ਟਰਮ ਹੈ ਸਪੋਰੈਡਿਕ। ਸਪੋਰੈਡਿਕ ਮੀਨ ਦ ਡਿਜ਼ੀਜ਼ that occur infrequently or irregularly without any geographical area। ਸੋ ਡਿਜ਼ੀਜ਼ ਹੈ ਜਿਹੜੀ ਕਿ irregularly ਕਿਤੇ ਵੀ ਹੋ ਸਕਦੀ ਹੈ ਤੇ ਓਕੇਜਨਲੀ ਹੁੰਦੀ ਹੈ, ਜਿਵੇਂ ਕਿ ਇਸ 'ਚ ਕੋਈ ਡਿਫਾਈਨਡ ਜੀਓਗ੍ਰਾਫਿਕਲ ਏਰੀਆ ਨਹੀਂ ਹੁੰਦਾ। ਕਿਸੇ ਕੰਟਰੀ ਦੇ ਕਿਸੇ ਵੀ ਕੰਟਰੀ ਦੇ ਜਾਂ ਵਰਲਡ ਵਾਈਡ ਕਿਤੇ ਵੀ ਕਿਸੇ ਵੀ ਏਰੀਆ 'ਚ ਹੋ ਸਕਦੀ ਹੈ। ਇਹ ਕਿਸੇ ਵੀ ਪਾਰਟਿਕੂਲਰ ਏਰੀਆ ਡਿਫਾਈਨ ਨਹੀਂ ਹੈਗਾ, ਕਿਸੇ ਵੀ ਏਰੀਆ 'ਚ ਹੋ ਸਕਦੀ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਟੈਟਨਸ, ਰੇਬੀਜ਼, ਪਲੇਗ। ਹੁਣ ਨੈਕਸਟ ਸਾਡੀ ਆਪਸ਼ਨ ਹੈ ਕਿ ਐਂਡੇਮਿਕ। ਐਂਡੇਮਿਕ ਮੀਨਸ ਡਿਜ਼ੀਜ਼ ਔਰ ਕੰਡੀਸ਼ਨ that is regularly or constantly found in a particular community or a particular area। so जो डिजीज है ਉਹਦਾ ਇੱਕ ਡਿਫਾਈਨਡ ਪਾਰਟਿਕੂਲਰ ਏਰੀਆ ਹੈ ਜਿੱਥੇ ਉਹ ਕਨਸਟੈਂਟਲੀ ਪ੍ਰੈਜ਼ੈਂਟ ਰਹਿੰਦੀ ਹੈ, ਬਟ ਜੋ ਡਿਜ਼ੀਜ਼ ਹੈ ਉਹ ਆਪਾਂ ਮੈਨੇਜ ਕਰ ਸਕਦੇ ਹਾਂ। ਉਹਦੇ ਕੇਸਿਸ ਬਹੁਤ ਜ਼ਿਆਦਾ ਨਹੀਂ ਹੁੰਦੇ, ਮੈਨੇਜੇਬਲ ਹੁੰਦੇ ਆ, ਜਿਵੇਂ ਕਿ ਮਲੇਰੀਆ ਹੈ ਜੋ ਅਫਰੀਕਨ ਕੰਟਰੀਜ਼ 'ਚ ਪ੍ਰੈਜ਼ੈਂਟ ਰਹਿੰਦਾ ਹੈ ਕੁਝ ਏਰੀਆਜ਼ 'ਚ ਉਹਨਾਂ ਦੇ। ਨੈਕਸਟ ਸਾਡੀ ਆਪਸ਼ਨ ਹੈ ਐਪੀਡੈਮਿਕ। ਐਪੀਡੈਮਿਕ ਮੀਨਸ ਸਡਨ ਆਊਟਬ੍ਰੇਕ ਔਰ ਲਾਰਜ ਨੰਬਰ ਆਫ ਕੇਸਿਸ ਇਨ ਦਾ ਕਮਿਊਨਿਟੀ। ਠੀਕ ਹੈ, ਜਿਵੇਂ ਐਂਡੇਮਿਕ ਸੀਗਾ ਕਿ ਪਾਰਟਿਕੂਲਰ ਏਰੀਆ ਦੇ ਵਿੱਚ ਤੇ ਉਹ ਜਿਹੜੇ ਕੇਸ ਆ ਉਹ ਮੈਨੇਜੇਬਲ ਹੁੰਦੇ ਆ। ਠੀਕ ਹੈ, ਪ੍ਰੀ ਡਿਫਾਈਨਡ ਕੇਸਿਸ ਜਿਵੇਂ ਕਿ ਆਪਾਂ ਸੋਚ ਲੈਂਦੇ ਹਾਂ ਕਿ 4 to 5 ਕੇਸਿਸ ਇੱਕ ਜਗ੍ਹਾ ਤੇ ਆ ਰਹੇ ਹੈ, ਪਰ ਐਪੀਡੈਮਿਕ 'ਚ ਕੀ ਹੁੰਦਾ ਹੈ ਕਿ ਸਡਨ ਆਊਟਬ੍ਰੇਕ ਹੁੰਦੀ ਹੈ। ਸਡਨ ਮਤਲਬ ਬਹੁਤ ਸਾਰੇ ਕੇਸਿਸ ਇੱਕੋਦਮ ਆ ਜਾਂਦੇ ਆ ਤੇ ਜਿਨ੍ਹਾਂ ਨੂੰ ਜੋ ਪ੍ਰੀਵੀਅਸ ਸਾਡੀ ਰਿਸੋਰਸਿਸ ਹੈ ਉਹਨਾਂ ਨਾਲ ਮੈਨੇਜ ਕਰਨਾ ਪੋਸੀਬਲ ਨਹੀਂ ਹੋ ਰਿਹਾ। ਫੋਰ ਐਗਜ਼ਾਮਪਲ ਜਿਵੇਂ ਚਿਕਨਗੁਨੀਆ ਹੈ, ਜੋ ਪ੍ਰੀਵੀਅਸ ਕੇਸ ਸੀਗੇ 4 ਸੀਗੇ ਤੇ ਇੱਕੋਦਮ ਆਊਟਬ੍ਰੇਕ ਹੋਈ ਤਾਂ 100 to 200 ਕੇਸਿਸ ਆ ਗਏ ਉੱਥੇ। ਨੈਕਸਟ ਸਾਡੀ ਆਪਸ਼ਨ ਹੈ ਪੈਂਡੇਮਿਕ। ਪੈਂਡੇਮਿਕ ਮੀਨਸ ਕਿ ਜੋ ਡਿਜ਼ੀਜ਼ ਹੈ ਉਹ ਵਰਲਡ ਵਾਈਡ ਸਪਰੈਡ ਹੋ ਗਈ ਹੈ, ਜਿਵੇਂ ਕਿ ਕਰੋਨਾ ਨੂੰ WHO ਨੇ ਪੈਂਡੇਮਿਕ ਡਿਕਲੇਅਰ ਕੀਤਾ ਸੀ। ਸੋ ਆਪਾਂ ਕੋਵਿਡ ਦੀ ਐਗਜ਼ਾਮਪਲ ਲੈਂਦੇ ਹਾਂ। ਕੋਵਿਡ ਐਪੀਡੈਮਿਕ ਉਦੋਂ ਸੀ ਜਦੋਂ ਵੂਹਾਨ ਸਿਟੀ 'ਚ ਸੀਗਾ, ਤੇ ਉਹ ਪੈਂਡੇਮਿਕ ਕਦੋਂ ਹੋਇਆ? ਜਦੋਂ ਉੱਥੋਂ ਕੋਈ ਟਰੈਵਲ ਕਰਕੇ ਅਲੱਗ-ਅਲੱਗ ਕੰਟਰੀਜ਼ 'ਚ ਗਏ ਤੇ ਉਹ ਵਰਲਡ ਵਾਈਡ ਫੈਲ ਗਿਆ, ਦੈਨ ਉਹ ਪੈਂਡੇਮਿਕ ਬਣ ਗਿਆ। ਸੋ ਚੱਲਦੇ ਹਾਂ ਆਪਾਂ ਕੁਐਸਚਨ ਦੀ ਤਰਫ। ਦ ਕਨਸਟੈਂਟ ਪ੍ਰੈਜ਼ੈਂਟ ਆਫ ਡਿਜ਼ੀਜ਼ ਔਰ ਇਨਫੈਕਸ਼ਨ ਇਨ ਅ ਗਿਵਨ ਜੀਓਗ੍ਰਾਫਿਕਲ ਏਰੀਆ। ਸੋ ਕਨਸਟੈਂਟ ਪ੍ਰੈਜ਼ੈਂਟ ਆਫ ਡਿਜ਼ੀਜ਼ ਇਨ ਜੀਓਗ੍ਰਾਫਿਕਲ ਏਰੀਆ ਮਤਲਬ ਇੱਕ ਜਗ੍ਹਾ ਤੇ ਡਿਜ਼ੀਜ਼ ਕਨਸਟੈਂਟ ਪ੍ਰੈਜ਼ੈਂਟ ਹੈ ਔਰ ਡਿਫਾਈਨਡ ਏਰੀਆ ਹੈ। ਸੋ ਇਸ ਦਾ ਰਾਈਟ ਆਨਸਰ ਕੀ ਹੋਇਆ? ਆਪਸ਼ਨ ਸੀ ਐਂਡੇਮਿਕ। ਸੋ ਆਪਸ਼ਨ ਸੀ ਇਜ਼ ਰਾਈਟ ਆਨਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਕੋਪਲਿਕ ਸਪੋਟ ਆਰ ਕਲੀਨਿਕਲ ਫੀਚਰ ਆਫ ਆਪਸ਼ਨ A ਚਿਕਨ ਪੌਕਸ, ਆਪਸ਼ਨ B ਪਰਟਿਊਸਿਸ, ਆਪਸ਼ਨ C ਕੋਲਰਾ, ਆਪਸ਼ਨ D ਮੀਜ਼ਲਸ। ਸੋ ਇਹ ਆਪਾਂ ਪ੍ਰੀਵੀਅਸ ਵੀਡੀਓ 'ਚ ਵੀ ਕੁਐਸਚਨ ਕੀਤਾ ਸੀ ਜੋ ਕਿ ਬਹੁਤ ਇੰਪੋਰਟੈਂਟ ਹੈ। ESI, PGI ਤੇ GMCH 32 ਵਿੱਚ ਪੁੱਛਿਆ ਗਿਆ ਸੀ। ਸੋ ਕੋਪਲਿਕ ਸਪੋਟ ਕਿਸ ਦਾ ਕਲੀਨਿਕਲ ਫੀਚਰ ਹੈ? ਕੋਪਲਿਕ ਸਪੋਟ 'ਚ ਹੁੰਦਾ ਕੀ ਹੈ ਕਿ ਸਮਾਲ ਵਾਈਟ ਪੈਚਸ ਹੋ ਜਾਂਦੇ ਨੇ ਬਕਲ ਮਿਕੋਜ਼ਾ ਦੇ ਅੰਦਰ, ਤੇ ਕਿਸ ਦਾ ਕਲੀਨਿਕਲ ਫੀਚਰ ਹੈ? ਇਹ ਮੀਜ਼ਲਸ ਦਾ ਕਲੀਨਿਕਲ ਫੀਚਰ ਹੈ। ਆਪਸ਼ਨ D ਇਜ਼ ਰਾਈਟ ਆਨਸਰ। ਤੇ ਚਿਕਨ ਪੌਕਸ ਦਾ ਵੀ ਆਪਾਂ ਕਲੀਨਿਕਲ ਫੀਚਰ ਬਾਰੇ ਗੱਲ ਕਰੀ ਸੀ। ਇਸ 'ਚ ਇੱਕ ਸਿਗਨੀਫੀਕੈਂਟ ਫੀਚਰ ਹੁੰਦਾ ਹੈ ਜੋ ਕਿ ਹੁੰਦਾ ਹੈ ਲਿਓਮੋਰਫਿਜ਼ਮ, ਜਿਸ ਵਿੱਚ ਕੀ ਹੁੰਦਾ ਹੈ ਕਿ all stages of rash can be seen at one place, ਜਿਵੇਂ ਕਿ ਮੈਕਿਊਲ, ਪੈਪਿਊਲ, ਵੈਸੀਕਲਸ ਆਪਾਂ ਇੱਕੋ ਜਗ੍ਹਾ ਤੇ ਸਾਰੇ ਦੇਖ ਸਕਦੇ ਹਾਂ। ਤੇ ਚਿਕਨ ਪੌਕਸ ਦਾ ਜੋ ਵਾਇਰਸ ਹੈ ਉਹ ਕਿਹੜਾ ਹੈ? ਵੇਰੀਸਿਲਾ ਜੂਸਟਰ ਵਾਇਰਸ। ਨੈਕਸਟ ਸਾਡੀ ਆਪਸ਼ਨ ਸੀਗੀ ਪਰਟਿਊਸਿਸ। ਪਰਟਿਊਸਿਸ ਵਿੱਚ ਕੀ ਹੁੰਦਾ ਹੈ ਕਿ ਵੂਪਿੰਗ ਕਫ ਹੁੰਦੀ ਹੈ ਜੋ ਕੋਜ਼ਡ ਬਾਈ ਬੋਰਡੀਟੈਲਾ ਪਰਟਿਊਸਿਸ। ਤੇ ਕੋਲਰਾ ਦਾ ਕਲੀਨਿਕਲ ਫੀਚਰ ਕੀ ਹੈ? ਰਾਈਸ ਵਾਟਰੀ ਸਟੂਲ। ਇਹਦਾ ਪੋਜ਼ਿਟਿਵ ਆਰਗੇਨਿਜ਼ਮ ਕੀ ਹੈ? ਵਿਬਰੀਓ ਕੋਲਰਾ। ਸੋ according to question ਕੋਪਲਿਕ ਸਪੋਟ ਆਰ ਕਲੀਨਿਕਲ ਫੀਚਰ ਆਫ measles। option D is right answer। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। which of the following is not constituent of vital statistics। ਸੋ vital statistics ਦਾ constituent ਇਹਨਾਂ ਵਿੱਚੋਂ ਕਿਹੜਾ ਨਹੀਂ ਹੈ? option A birth rate, option B morbidity and mortality rate, option C educational rate, option D life expectancy rate। ਵਾਈਟਲ ਸਟੈਟਿਸਟਿਕ ਹੈ ਕਿ ਇਹ ਕੀ ਹੈ? ਇੱਕ ਨੂਮੈਰੀਕਲ ਰਿਕਾਰਡ ਹੈ ਜਿਸ ਵਿੱਚ ਆਪਾਂ ਕੀ ਦੇਖਦੇ ਹਾਂ? ਮੈਰਿਜ, ਬਰਥ, ਸਿਕਨੈਸ, ਡੈਥ, ਤੋਂ ਜਿਸ ਨਾਲ ਸਾਨੂੰ ਕਮਿਊਨਿਟੀ ਦੀ ਹੈਲਥ ਤੇ ਗਰੋਥ ਦਾ ਪਤਾ ਲੱਗਦਾ ਹੈ। ਇਸ ਵਿੱਚ ਕਾਫੀ ਕੰਪੋਨੈਂਟ ਹੁੰਦੇ ਨੇ ਜਿਵੇਂ ਕਿ ਕਰੂਡ ਬਰਥ ਰੇਟ,
crude death rate, infant mortality rate, neonatal mortality rate, general fertility rate, maternal mortality rate, life expectancy rate। ਜਿਹੜੀ ਕਿ ਸਾਨੂੰ ਆਪਸ਼ਨ ਦਿੱਤੀ ਹੈ ਇਹਨਾਂ ਵਿੱਚੋਂ ਕਿਹੜਾ ਕੰਪੋਨੈਂਟ ਨਹੀਂ ਹੈ ਇਹਦੇ ਵਿੱਚ? ਐਜੂਕੇਸ਼ਨਲ ਰੇਟ। ਆਪਸ਼ਨ ਸੀ ਇਜ਼ ਰਾਈਟ ਆਨਸਰ ਕਿ ਇਹ ਵਾਈਟਲ ਸਟੈਟਿਸਟਿਕਸ ਦਾ ਪਾਰਟ ਨਹੀਂ ਹੈ। ਤੇ ਮੋਰਬਿਡਿਟੀ ਔਰ ਮੋਰਟੈਲਿਟੀ 'ਚ ਕੀ ਡਿਫਰੈਂਸ ਹੁੰਦਾ? ਮੋਰਬਿਡਿਟੀ ਮੀਨਸ ਡਿਜ਼ੀਜ਼ ਐਂਡ ਮੋਰਟੈਲਿਟੀ ਮੀਨਸ ਡੈਥ ਰੇਟ। ਸੋ ਚਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਤਰਫ। रूट ऑफ एडमिनिस्ट्रेशन ऑफ PPD for tuberculin test is option A subcutaneous, option B intradermal, option C IM, option D IV। so ਇਹ ਆਪਾਂ ਕੁਐਸਚਨ ਪ੍ਰੀਵੀਅਸ ਵੀਡੀਓ ਚ ਵੀ ਡਿਸਕਸ ਕੀਤਾ ਸੀ। PPD tuberculin ਦਾ ਡਾਇਗਨੋਸਟਿਕ ਟੈਸਟ ਹੈ। PPD means purified protein derivative। so ਇਸ ਨੂੰ ਆਪਾਂ ਕਿਹੜੇ ਰੂਟ ਨਾਲ ਦਿੰਦੇ ਆ? ਆਪਸ਼ਨ B intradermal। ਤੇ ਇਸ ਦੀ ਡੋਜ਼ ਕਿੰਨੀ ਹੁੰਦੀ ਹੈ? 0.5 ml। ਤੇ ਰਿਜ਼ਲਟ ਆਪਾਂ ਕਦੋਂ ਰੀਡ ਕਰਦੇ ਆ? 48 to 72 hours। so ਮੰਨ ਲਓ ਕੋਈ ਪੇਸ਼ੈਂਟ ਹੈ ਜਿਹੜਾ ਕਿ ਜਿਹਨੂੰ ਆਪਾਂ PPD ਦਿੱਤੀ ਹੈ, ਉਹ 48 to 72 hours ਬਾਅਦ ਨਹੀਂ ਆਇਆ ਸਾਡੇ ਕੋਲ, ਠੀਕ ਹੈ, ਤੇ ਅਸੀਂ ਉਹ ਟੈਸਟ ਦੀ ਰਿਜ਼ਲਟ ਰੀਡ ਕਰਨੇ ਸੀ। ਫਿਰ ਆਪਾਂ ਕੀ ਕਰਾਂਗੇ? ਅਗਰ ਉਹ 72 hours ਤੋਂ ਬਾਅਦ ਆਂਦਾ ਹੈ ਦੈਨ ਆਪਾਂ ਫਿਰ ਰਿਪੀਟ ਕਰਾਂਗੇ ਟੈਸਟ, ਕਿਉਂਕਿ 72 hours ਤੋਂ ਬਾਅਦ ਜਿਹੜਾ ਰਿਜ਼ਲਟ ਹੈ ਉਹ ਵੈਲਿਡ ਨਹੀਂ ਹੁੰਦਾ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। The first referral level in the healthcare system is option A primary healthcare, option B secondary healthcare, option C tertiary healthcare, option D primordial healthcare। so primary referral level in healthcare system is option B secondary healthcare system, ਜਿਸ ਵਿੱਚ ਕਿਹੜੇ-ਕਿਹੜੇ ਹਸਪੀਟਲ ਆਉਂਦੇ ਹਨ? ਜਿਵੇਂ ਡਿਸਟ੍ਰਿਕਟ ਹਸਪੀਟਲ ਜਾਂ CHC community health center। ਸੁਣੋ ਸੈਕੰਡ ਲੈਵਲ ਆਫ ਕੰਟੈਕਟ ਵੀ ਬੋਲਦੇ ਆ ਆਪਾਂ। ਸੋ ਫਰਸਟ ਲੈਵਲ ਆਫ ਕੰਟੈਕਟ ਕਿਹੜਾ ਹੈ? ਪ੍ਰਾਇਮਰੀ ਹੈਲਥ ਕੇਅਰ PHC ਜਾਂ ਸਬ ਸੈਂਟਰ। ਟਰਸ਼ਰੀ ਹੈਲਥ ਕੇਅਰ ਚ ਕਿਹੜੇ ਹਸਪੀਟਲਸ ਆਉਂਦੇ ਨੇ? ਜਿਵੇਂ ਕਿ ਸਪੈਸ਼ਲਿਟੀ ਹਸਪੀਟਲਸ ਹੁੰਦੇ ਨੇ, ਜਿਵੇਂ ਕਿ PGI ਹੈ, GMC 32 ਹੈ। ਦੈਨ ਸਾਡੀ ਨੈਕਸਟ ਆਪਸ਼ਨ ਸੀਗੀ ਪ੍ਰੀਮੋਡੀਅਲ ਹੈਲਥ ਕੇਅਰ। ਪ੍ਰੀਮੋਡੀਅਲ ਹੈਲਥ ਕੇਅਰ ਕੀ ਹੈ? ਇਹ ਵੀ ਇੱਕ ਪ੍ਰੀਵੈਂਸ਼ਨ ਦਾ ਪਾਰਟ ਹੈ ਜਿਹਦੇ ਵਿੱਚ ਆਪਾਂ ਰਿਸਕ ਫੈਕਟਰ ਨੂੰ ਹੋਣ ਤੋਂ ਹੀ ਪ੍ਰੀਵੈਂਟ ਕਰਦੇ ਆ। ਮੀਨਸ ਕਿ ਰਿਸਕ ਫੈਕਟਰ ਨਹੀਂ ਪ੍ਰੈਜ਼ੈਂਟ ਹੈ ਤਾਂ ਉਸ ਤੋਂ ਪਹਿਲਾਂ ਹੀ ਆਪਾਂ ਪੇਸ਼ੈਂਟ ਨੂੰ ਐਜੂਕੇਸ਼ਨ ਦਿੰਦੇ ਆ। ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਨੂੰ ਪਤਾ ਹੈ ਕਿ ਕਾਰਡੀਓਵੈਸਕੂਲਰ ਡਿਜ਼ੀਜ਼ ਦਾ ਰਿਸਕ ਫੈਕਟਰ ਹੈ ਓਬੇਸਿਟੀ। ਆਪਾਂ ਜਾ ਰਹੇ ਹਾਂ ਕਿਸੇ ਫੈਮਿਲੀ 'ਚ ਤੇ ਕਾਰਡੀਓਵੈਸਕੂਲਰ ਡਿਜ਼ੀਜ਼ ਦਾ ਰਿਸਕ ਫੈਕਟਰ ਹੈ ਓਬੇਸਿਟੀ। ਉੱਥੇ ਸਾਰੇ ਹੀ ਨਾਰਮਲ ਨੇ, ਕੋਈ ਵੀ ਓਬੀਜ਼ ਨਹੀਂ ਹੈ, ਬਟ ਆਪਾਂ ਫਿਰ ਵੀ ਉਹਨਾਂ ਨੂੰ ਵਾਕ ਕਰਨ ਲਈ ਜਾਂ ਯੋਗਾ ਕਰਨ ਲਈ ਬੋਲਦੇ ਹਾਂ। ਦੈਨ ਇਟ ਮੀਨਸ ਇਹ ਕਿਹੜੇ ਉਹਦੇ ਚ ਆਉਂਦਾ ਹੈ? ਪ੍ਰੀਮੋਡੀਅਲ ਪ੍ਰੀਵੈਂਸ਼ਨ ਚ। ਕਈ ਵਾਰ ਐਗਜ਼ਾਮੀਨਰ ਤੁਹਾਨੂੰ ਕੁਐਸਚਨ ਪੁੱਛਦਾ ਹੈ ਪ੍ਰੀਮੋਡੀਅਲ ਤੇ ਪ੍ਰਾਇਮਰੀ ਪ੍ਰੀਵੈਂਸ਼ਨ ਚ ਕੀ ਡਿਫਰੈਂਸ ਹੈ। ਜਿਹੜੀ ਪ੍ਰਾਇਮੋਡੀਅਲ ਪ੍ਰੀਵੈਂਸ਼ਨ ਹੈ ਉਸ ਵਿੱਚ ਰਿਸਕ ਫੈਕਟਰ ਪ੍ਰੈਜ਼ੈਂਟ ਨਹੀਂ ਹੁੰਦਾ ਤੇ ਜਿਹੜੀ ਪ੍ਰਾਇਮਰੀ ਪ੍ਰੀਵੈਂਸ਼ਨ ਹੈ ਉਸ ਵਿੱਚ ਰਿਸਕ ਫੈਕਟਰ ਪ੍ਰੈਜ਼ੈਂਟ ਹੁੰਦਾ ਹੈ। ਫੋਰ ਐਗਜ਼ਾਮਪਲ ਆਪਾਂ ਕਿਸੇ ਵੀ ਫੈਮਿਲੀ ਚ ਵਿਜ਼ਿਟ ਕਰ ਰਹੇ ਹਾਂ ਹਨਾ, ਤੇ ਉੱਥੇ ਕੋਈ ਪਰਸਨ ਓਬੀਜ਼ ਨਹੀਂ ਹੈ, ਬਟ ਆਪਾਂ ਫਿਰ ਵੀ ਉਹਨਾਂ ਨੂੰ ਹੈਲਥ ਐਜੂਕੇਸ਼ਨ ਦੇ ਰਹੇ ਹਾਂ ਕਿ ਯੋਗਾ ਕਰੋ ਹਨਾ, ਹੈਲਦੀ ਲਾਈਫ ਸਟਾਈਲ ਕਰੋ, ਠੀਕ ਹੈ, ਵਾਕ ਕਰੋ। ਤਾਂ ਇਹ ਕਿਹਦੇ ਚ ਆਏਗਾ? ਇਹ ਪ੍ਰੀਮੋਡੀਅਲ ਚ ਆਏਗਾ। ਫਿਰ ਤੇ ਨੈਕਸਟ ਕੰਡੀਸ਼ਨ ਕੀ ਹੈ ਕਿ ਆਪਾਂ ਕਿਸੇ ਫੈਮਿਲੀ ਚ ਜਾ ਰਹੇ ਹਾਂ ਅਤੇ ਉਸ ਵਿੱਚ ਕੁਝ ਪਰਸਨਸ ਓਬੀਜ਼ ਨੇ, ਹਾਲਾਂਕਿ ਉੱਥੇ ਡਿਜ਼ੀਜ਼ ਨਹੀਂ ਹੈ, ਠੀਕ ਹੈ, ਕਾਰਡੀਓਵੈਸਕੂਲਰ ਡਿਜ਼ੀਜ਼ ਨਹੀਂ ਹੈ, ਬਟ ਜੋ ਫੈਮਿਲੀ ਮੈਂਬਰਸ ਨੇ ਉਹ ਓਬੀਜ਼ ਨੇ। ਮੀਨਸ ਕਿ ਰਿਸਕ ਫੈਕਟਰ ਉੱਥੇ ਪ੍ਰੈਜ਼ੈਂਟ ਹੈ। ਦੈਨ ਆਪਾਂ ਉਹਨਾਂ ਨੂੰ ਐਜੂਕੇਟ ਕਰਾਂਗੇ ਵਾਕ ਲਈ, weight ਰਿਡਕਸ਼ਨ ਲਈ, ਹੈਲਦੀ ਡਾਈਟ ਖਾਣ ਲਈ, ਠੀਕ ਹੈ, ਫੈਟ ਫ੍ਰੀ ਡਾਈਟ ਖਾਣ ਲਈ। ਇਹ ਆਂਦਾ ਹੈ ਪ੍ਰਾਇਮਰੀ ਪ੍ਰੀਵੈਂਸ਼ਨ ਦੇ ਅੰਦਰ। ਪ੍ਰਾਇਮੋਡੀਅਲ ਪ੍ਰੀਵੈਂਸ਼ਨ ਚ ਆਪਾਂ ਦੋ ਅਪਰੋਚਸ ਯੂਜ਼ ਕਰਦੇ ਹਾਂ, ਇੰਡੀਵਿਜੂਅਲ ਐਜੂਕੇਸ਼ਨ ਐਂਡ ਮਾਸ ਐਜੂਕੇਸ਼ਨ। ਇੰਡੀਵਿਜੂਅਲ ਚ ਕੀ ਆਪਾਂ ਇੰਡੀਵਿਜੂਅਲੀ ਕਿਸੇ ਨੂੰ ਐਜੂਕੇਸ਼ਨ ਦੇ ਰਹੇ ਹਾਂ, ਤੇ ਮਾਸ ਚ ਆਪਾਂ ਬਹੁਤ ਸਾਰੇ ਗਰੁੱਪ ਆਫ ਪੀਪਲ ਨੂੰ ਐਜੂਕੇਸ਼ਨ ਦੇ ਰਹੇ ਹਾਂ ਕਿ ਵਾਕ ਕਰਨੀ ਹੈ, ਹੈਲਦੀ ਲਾਈਫ ਸਟਾਈਲ ਕਰਨਾ ਹੈ, ਯੋਗਾ ਕਰਨਾ ਹੈ। ਤੇ ਪ੍ਰਾਇਮਰੀ ਪ੍ਰੀਵੈਂਸ਼ਨ ਚ ਆਪਾਂ ਦੋ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ, ਇੱਕ ਤਾਂ ਹੈਲਥ ਪ੍ਰੋਮੋਸ਼ਨ, ਦੈਨ ਸਪੈਸੀਫਿਕ ਪ੍ਰੋਟੈਕਸ਼ਨ। ਸੋ ਹੈਲਥ ਪ੍ਰੋਮੋਸ਼ਨ ਚ ਕੀ ਹੈ, ਜਿਵੇਂ ਆਪਾਂ ਐਗਜ਼ਾਮਪਲ ਲਈ ਸੀ ਕਿ ਪ੍ਰਾਇਮਰੀ ਪ੍ਰੀਵੈਂਸ਼ਨ ਚ ਆਪਾਂ ਹੈਲਥ ਪ੍ਰੋਮੋਸ਼ਨ ਚ ਕੀ ਕਰਾਂਗੇ ਕਿ ਪੇਸ਼ੈਂਟ ਜੋ ਪਰਸਨਸ ਨੇ ਫੈਮਿਲੀ ਦੇ ਵਿੱਚ ਓਬੀਜ਼ ਨੇ, ਸੋ ਆਪਾਂ ਉਹਨਾਂ ਨੂੰ ਕੀ ਐਡਵਾਈਸ ਕਰਾਂਗੇ? ਹੈਲਦੀ ਹਾਈ ਫਾਈਬਰ ਫੂਡ ਲੈਣਾ ਹੈ, ਨੋ ਫੈਟ ਡਾਈਟ ਲੈਣੀ ਹੈ, ਠੀਕ ਹੈ। ਤੇ ਸਪੈਸੀਫਿਕ ਪ੍ਰੋਟੈਕਸ਼ਨ ਚ ਕੀ ਕਰਾਂਗੇ? ਜਿਵੇਂ ਕਿ ਸਪੈਸੀਫਿਕ ਪ੍ਰੋਟੈਕਸ਼ਨ ਚ ਕੀ ਕਰਦੇ ਆ ਆਪਾਂ? ਡਿਜ਼ੀਜ਼ ਸਪੈਸੀਫਿਕ ਇੰਟਰਵੈਂਸ਼ਨਸ ਕਰਦੇ ਆ। ਜਿਵੇਂ ਕਿ ਫੋਰ ਐਗਜ਼ਾਮਪਲ ਅਗਰ ਕਿਸੇ ਪੇਸ਼ੈਂਟ ਨੂੰ ਰਿਸਕ ਹੈ ਅਨੀਮੀਆ ਦਾ, ਦੈਨ ਅਸੀਂ ਉਹਨਾਂ ਨੂੰ ਆਇਰਨ ਫੋਲਿਕ ਐਸਿਡ ਦੇ ਰਹੇ ਹਾਂ, ਜਾਂ ਫਿਰ ਆਪਾਂ ਵੈਕਸੀਨੇਸ਼ਨ ਕਰਦੇ ਹਾਂ, ਠੀਕ ਹੈ, ਹਾਲਾਂਕਿ ਉੱਤੇ ਡਿਜ਼ੀਜ਼ ਨਹੀਂ ਹੈ ਬਟ ਰਿਸਕ ਹੈ, ਵੈਕਸੀਨੇਸ਼ਨ ਕਰਦੇ ਹਾਂ। ਇੱਕ ਹੋਰ ਕੁਐਸਚਨ ਪੁੱਛਦਾ ਹੈ ਐਗਜ਼ਾਮੀਨਰ ਕਿ ਫੋਰਟੀਫਿਕੇਸ਼ਨ ਆਫ ਫੂਡ ਕਿਸ ਲੈਵਲ ਆਫ ਪ੍ਰੀਵੈਂਸ਼ਨ ਚ ਆਉਂਦਾ ਹੈ? ਫੋਰਟੀਫਿਕੇਸ਼ਨ ਮੀਨਸ ਐਡਿੰਗ ਦਾ ਨਿਊਟ੍ਰੀਟਿਵ ਸਬਸਟੈਂਸਿਸ ਟੂ ਫੂਡ। ਜੋ ਵੀ ਫੂਡ ਹੈ ਆਪਾਂ ਉਹਦੇ ਚ ਕੁਝ ਨਿਊਟ੍ਰੀਟਿਵ ਸਬਸਟੈਂਸਿਸ ਐਡ ਕਰ ਰਹੇ ਹਾਂ। ਤਾਂ ਇਹ ਕਿਹੜੀ ਪ੍ਰੀਵੈਂਸ਼ਨ ਚ ਆਉਂਦਾ ਹੈ? ਇਹ ਪ੍ਰਾਇਮਰੀ ਪ੍ਰੀਵੈਂਸ਼ਨ ਦੇ ਅੰਡਰ ਆਉਂਦਾ ਹੈ, ਸਪੈਸੀਫਿਕ ਪ੍ਰੋਟੈਕਸ਼ਨ ਚ। ਨੈਕਸਟ ਲੈਵਲ ਆਫ ਪ੍ਰੀਵੈਂਸ਼ਨ ਕੀ ਹੈ? ਸੈਕੰਡਰੀ
ਪ੍ਰੀਵੈਂਸ਼ਨ। ਸੈਕੰਡਰੀ ਪ੍ਰੀਵੈਂਸ਼ਨ 'ਚ ਆਪਾਂ ਦੋ ਤਰੀਕੇ ਨਾਲ ਕੰਮ ਕਰਦੇ ਹਾਂ, ਇੱਕ ਤਾਂ अर्ਲੀ ਡਾਇਗਨੋਸਿਸ ਦੈਨ ਟ੍ਰੀਟਮੈਂਟ। ਠੀਕ ਹੈ, अर्ਲੀ ਡਾਇਗਨੋਸਿਸ 'ਚ ਕੀ ਕਰਦੇ ਆ ਆਪਾਂ, ਮੰਨ ਲਓ ਕੋਈ ਡਿਜ਼ੀਜ਼ ਹੋ ਗਈ ਹੈ ਪੇਸ਼ੈਂਟ ਨੂੰ, ਬਟ ਜਿਹੜੇ ਉਹਦੇ ਫੰਕਸ਼ਨਸ ਹੈ, ਬੋਡੀਲੀ ਫੰਕਸ਼ਨ ਉਹ ਇਫੈਕਟਡ ਨਹੀਂ ਹੈ, ਬੋਡੀਲੀ ਫੰਕਸ਼ਨ ਠੀਕ ਨੇ। ਇਸ ਵਿੱਚ ਆਪਾਂ ਕੀ ਐਗਜ਼ਾਮਪਲ ਲੈਂਦੇ ਹਾਂ, ਜਿਵੇਂ ਕਿ ਆਪਾਂ ਪੈਪ ਸਮੀਅਰ ਕਰਦੇ ਹਾਂ ਜਾਂ ਡਾਇਗਨੋਸਟਿਕ ਟੈਸਟ ਕਰਦੇ ਹਾਂ। ਤੇ ਟ੍ਰੀਟਮੈਂਟ ਵਿੱਚ ਆਪਾਂ ਕੀ ਕਰਦੇ ਹਾਂ ਕਿ ਡਿਜ਼ੀਜ਼ ਸਪੈਸਿਫਿਕ ਟ੍ਰੀਟਮੈਂਟ ਦਿੰਦੇ ਹਾਂ। ਠੀਕ ਹੈ, ਤਾਂ ਕਿ ਮੋਰਟੈਲਿਟੀ ਰਿਸਕ ਰਿਡਿਊਸ ਹੋਏ। ਤੇ ਨੈਕਸਟ ਲੈਵਲ ਆਫ ਪ੍ਰੀਵੈਂਸ਼ਨ ਕੀ ਆਂਦਾ ਹੈ, ਟਰਸ਼ਰੀ ਲੈਵਲ, ਜਿਸ ਵਿੱਚ ਆਪਾਂ ਕਰਦੇ ਹਾਂ ਰੀਹੈਬਿਲਿਟੇਸ਼ਨ ਐਂਡ ਡਿਸੇਬਿਲਿਟੀ ਲਿਮਿਟੇਸ਼ਨ। ਸੋ ਰੀਹੈਬਿਲਿਟੇਸ਼ਨ ਤੇ ਡਿਸੇਬਿਲਿਟੀ ਲਿਮਿਟੇਸ਼ਨ ਚ ਕੀ ਕਰਦੇ ਆ ਕਿ ਪੇਸ਼ੈਂਟ ਨੂੰ ਡਿਜ਼ੀਜ਼ ਹੋ ਗਈ ਹੈ ਤੇ ਆਪਾਂ ਉਸ ਨੂੰ ਐਜ਼ ਮਚ ਐਜ਼ ਪੋਸੀਬਲ ਕਿ ਉਹ ਆਪਣੀ ਡੇਲੀ ਐਕਟੀਵਿਟੀਜ਼ ਕਰ ਸਕੇ, ਕਿ ਦੂਸਰੇ ਤੇ ਡਿਪੈਂਡ ਨਾ ਹੋ ਸਕੇ, ਉਹਨਾਂ ਰੀਹੈਬਿਲਿਟੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਡਿਜ਼ੀਜ਼ ਤਾਂ ਹੋ ਗਈ ਹੈ, ਜੋ ਵੀ ਡਿਜ਼ੀਜ਼ ਨੇ ਇਫੈਕਟ ਕਰਨਾ ਸੀ ਕਰਤਾ, ਬਟ ਆਪਾਂ ਪੇਸ਼ੈਂਟ ਨੂੰ ਐਜ਼ ਮਚ ਐਜ਼ ਇੰਡੀਪੈਂਡੈਂਟ ਜਿੰਨਾ ਕਿ ਅਸੀਂ ਕਰ ਸਕਦੇ ਹਾਂ ਉਹਨਾਂ ਕਰਨ ਦੀ ਟਰਾਈ ਕਰਾਂਗੇ। ਸੋ ਇਹ ਸੀ ਅੱਜ ਦੇ ਕੁਐਸਚਨ। ਆਈ ਹੋਪ ਤੁਹਾਨੂੰ ਸਾਰਾ ਟੌਪਿਕ ਸਮਝ ਆ ਗਿਆ ਹੋਵੇਗਾ, ਕਿਉਂਕਿ ਇਹ ਕੁਐਸਚਨ ਐਗਜ਼ਾਮ ਰਿਲੇਟਡ ਬਹੁਤ ਇੰਪੋਰਟੈਂਟ ਨੇ। ਸੋ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਤਾਂ ਕਿ ਅਸੀਂ ਮੈਕਸਿਮਮ ਸਟੂਡੈਂਟਸ ਨੂੰ ਇਨਫੋਰਮੇਸ਼ਨ ਇਹ ਪਹੁੰਚਾ ਸਕੀਏ। ਠੀਕ ਹੈ, ਥੈਂਕ ਯੂ।